ਸਤਿ ਸ਼੍ਰੀ ਅਕਾਲ। ਲੋਕ ਰਾਣਾ ਚੈਨਲ ਪੰਜਾਬੀ ਦੇ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ। ਡਾਕਟਰ ਸਾਹਿਬ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਭੰਗੂ ਸਾਹਿਬ ਜੀ। ਡਾਕਟਰ ਸਾਹਿਬ, ਆਖਰ ਇਹ ਗੱਲ ਮੰਨੀ ਜਾਂਦੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਕਿਸੇ ਸੂਬੇ ਦੇ ਵਿੱਚ ਚੋਣਾਂ ਦੇ ਸਮੇਂ ਗੇੜਾ ਮਾਰ ਜਾਂਦੇ ਨੇ ਤਾਂ ਉਸ ਤੋਂ ਕੁਝ ਦਿਨਾਂ ਬਾਅਦ ਚੋਣ ਜਾਬਤਾ ਲੱਗ ਜਾਂਦਾ ਤੇ ਤਰੀਕ ਦਾ ਐਲਾਨ ਹੋ ਜਾਂਦਾ। ਰੈਲੀ ਤਾਂ ਭਾਵੇਂ ਪੰਜਾਬ ਦੇ ਵਿੱਚ ਸੀ, ਉਹ ਕਾਮਯਾਬ ਨਹੀਂ ਹੋ ਪਾਈ, ਇਕੱਠ ਨਹੀਂ ਉੱਥੇ ਹੋ ਪਾਇਆ। ਉਸ ਤੋਂ ਬਾਅਦ ਜੋ ਸਿਨੈਰੀਓ ਕ੍ਰੀਏਟ ਕੀਤਾ ਗਿਆ ਉਹ ਸਭ ਆਪਣੇ ਸਾਹਮਣੇ ਆ। ਹੁਣ ਚੋਣਾਂ ਦਾ ਐਲਾਨ ਹੋ ਚੁੱਕਿਆ। ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕਰਕੇ ਬੀਤੇ ਕੱਲ੍ਹ ਸ਼ਾਮ ਨੂੰ ਐਲਾਨ ਕਰਤਾ 14 ਫਰਵਰੀ ਨੂੰ ਵੋਟਾਂ ਪੈਣਗੀਆਂ, 10 ਮਾਰਚ ਨੂੰ ਨਤੀਜੇ ਆਉਣਗੇ। ਕੋਵਿਡ ਨੂੰ ਲੈ ਕੇ ਸਾਵਧਾਨੀਆਂ ਵਰਤੀ ਗਈਆਂ। ਇੱਕ ਪੜਾਅ ਦੇ ਵਿੱਚ ਹੀ ਇਲੈਕਸ਼ਨ ਹੋਊਗੀ। ਉਸ ਮਸਲੇ ਤੇ ਸਾਰੇ ਤੁਹਾਡੇ ਨਾਲ ਖੁੱਲ੍ਹ ਕੇ ਗੱਲਬਾਤ ਵੀ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਫਿਰ ਉਸੇ ਇਸ਼ੂ ਤੇ ਗੱਲਬਾਤ ਕਰਾਂਗੇ ਕਿ ਬੀਜੇਪੀ ਦਾ ਜੋ ਪਿਛਲੇ ਦਿਨਾਂ ਦੇ ਵਿੱਚ ਘਟਨਾਕ੍ਰਮ ਵਾਪਰਿਆ, ਪ੍ਰਾਈਮ ਮਿਨਿਸਟਰ ਰੋਡ ਦੇ ਉੱਤੇ 20 ਮਿੰਟ ਖੜੇ ਰਹੇ। ਉਸ ਤੋਂ ਬਾਅਦ ਜਿਵੇਂ ਪੰਜਾਬ ਨੂੰ, ਸਿੱਖਾਂ ਨੂੰ, ਪੰਜਾਬੀਅਤ ਨੂੰ, ਸਿੱਖੀ ਨੂੰ ਟਾਰਗੇਟ ਕੀਤਾ ਜਾ ਰਿਹਾ, ਉਸ ਮਸਲੇ ਤੇ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਇੱਥੋਂ ਹੀ ਆਪਾਂ ਸ਼ੁਰੂ ਕਰਦੇ ਹਾਂ ਡਾਕਟਰ ਸਾਹਿਬ ਕਿ ਚੋਣ ਕਮਿਸ਼ਨ ਵੱਲੋਂ ਜੋ ਐਲਾਨ ਕੀਤੇ ਗਏ ਨੇ। ਭੰਗੂ ਸਾਹਿਬ ਦੇਖੋ, ਐਲਾਨ ਜਿਹੜੇ ਹੋਏ ਨੇ 5 ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ ਔਰ ਖ਼ਾਸ ਤੌਰ ਤੇ ਵੱਖ-ਵੱਖ ਫੇਜ਼ਿਸ ਦੇ ਵਿੱਚ ਹੋਣੀਆਂ ਨੇ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਫੇਜ਼ਿਸ ਨੇ ਉਹ ਯੂਪੀ, ਕਿਉਂਕਿ ਯੂਪੀ ਆਪਾਂ ਸਾਰੇ ਜਾਣਦੇ ਹਾਂ ਬਹੁਤ ਵੱਡਾ ਸਟੇਟ ਹੈ। ਔਰ ਇਸ ਤੋਂ ਇਲਾਵਾ ਪੰਜਾਬ, ਉੱਤਰਾਖੰਡ, ਗੋਆ ਔਰ ਮਣੀਪੁਰ ਦੇ ਵਿੱਚ ਇਹ ਚੋਣਾਂ ਹੋਣ ਜਾ ਰਹੀਆਂ ਨੇ। ਸੋ ਜਿਵੇਂ ਤੁਸੀਂ ਦੱਸਿਆ ਹੈ ਕਿ ਪੰਜਾਬ ਦੇ ਵਿੱਚ ਇੱਕੋ ਚਰਨ ਦੇ ਵਿੱਚ ਚੋਣਾਂ ਹੋਣੀਆਂ ਨੇ 14 ਤਰੀਕ ਨੂੰ ਔਰ 10 ਮਾਰਚ ਨੂੰ ਰਿਜ਼ਲਟ ਆ ਜਾਣਾ। ਸੋ ਕਹਿਣ ਦਾ ਮਤਲਬ ਹੈ ਕਿ ਹੁਣ ਪੰਜਾਬ ਦੀਆਂ ਵੱਖ-ਵੱਖ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਜ਼ੋਰ ਲਾਉਣਾ ਪਏਗਾ। ਔਰ ਖ਼ਾਸ ਤੌਰ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਓਮਿਕਰੋਨ ਦਾ ਜਿਹੜਾ ਇੱਕ ਫੇਜ਼ ਚੱਲ ਰਿਹਾ ਹੈ ਔਰ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦਾ ਦਹਿਸ਼ਤ ਦਾ ਮਾਹੌਲ ਹੈ, ਲੋਕ ਡਰੇ ਹੋਏ ਨੇ ਕਿ ਕੀ ਬਣੇਗਾ। ਸੋ ਇਸ ਕਰਕੇ ਉਸ ਨੂੰ ਵੀ ਮੱਦੇਨਜ਼ਰ ਰੱਖਦੇ ਹੋਏ ਜਿਹੜੀਆਂ ਵੱਡੀਆਂ ਰੈਲੀਆਂ ਨੇ ਉਹਦੇ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ। ਸੋ ਕਹਿਣ ਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਜਿਹੜਾ ਹੈਗਾ ਚੋਣ ਜਿਹੜਾ ਹੈਗਾ ਦੰਗਲ ਭਖੇਗਾ ਔਰ ਵੱਖ-ਵੱਖ ਪਾਰਟੀਆਂ ਆਪਣੇ ਉਮੀਦਵਾਰਾਂ ਨੂੰ ਖੜੇ ਕਰਨਗੀਆਂ। ਆਪਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਅਕਾਲੀ ਦਲ ਹੋਵੇ, ਚਾਹੇ ਬਸਪਾ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਇਹਨਾਂ ਨੇ ਲਗਭਗ 100 ਤੋਂ ਵੱਧ ਆਪਣੇ ਉਮੀਦਵਾਰ ਆਲਰੇਡੀ ਐਲਾਨ ਚੁੱਕੇ ਨੇ। ਔਰ ਕਾਂਗਰਸ ਦੀ ਵਾਰੀ ਹੈ ਹੁਣ ਅਗਲੀ, ਔਰ ਬੀਜੇਪੀ ਔਰ ਜਿਹੜਾ ਗੱਠਜੋੜ ਹੈ ਬੀਜੇਪੀ ਦਾ ਔਰ ਕੈਪਟਨ ਸਾਹਿਬ ਦੀ ਪਾਰਟੀ ਦਾ, ਇਸੇ ਤਰ੍ਹਾਂ ਸੰਯੁਕਤ ਅਕਾਲੀ ਦਲ ਦਾ, ਉਹ ਵੀ ਆਪਣੇ ਉਮੀਦਵਾਰ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਉਹਨੂੰ ਕਰਨੀ ਪਏਗੀ। ਔਰ ਚੌਥੀ ਜਿਹੜੀ ਵੱਡੀ ਪਾਰਟੀ ਉੱਭਰ ਕੇ ਸਾਹਮਣੇ ਆਉਣੀ ਹੈ ਉਹ ਹੈ ਸੰਯੁਕਤ ਸਮਾਜ ਮੋਰਚੇ ਦੀ। ਕਿਸਾਨਾਂ ਨੇ ਕਿਉਂਕਿ ਲਗਭਗ 1 ਸਾਲ ਤੋਂ ਉੱਤੇ ਜਿਹੜਾ ਹੈਗਾ ਸੰਘਰਸ਼ ਲੜਿਆ ਸੀਗਾ, ਉਹ ਵੀ ਆਪਣੇ ਉਮੀਦਵਾਰ ਖੜੇ ਕਰਨਗੇ। ਸੋ ਕਹਿਣ ਦਾ ਮਤਲਬ ਇਸ ਵਾਰੀ ਕਾਫੀ ਚੌਤਰਫਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਮੁਕਾਬਲਾ ਵੇਖਣ ਨੂੰ ਮਿਲੇਗਾ। ਵੱਖ-ਵੱਖ ਪਾਰਟੀਆਂ ਪੂਰਾ ਜ਼ੋਰ ਲਾਉਣਗੀਆਂ। ਔਰ ਜਿਵੇਂ ਆਪਾਂ ਨੂੰ ਵੀ ਪਤਾ ਹੈ ਕਿ ਕਾਂਗਰਸ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਇੱਕ ਤਰ੍ਹਾਂ ਦੀ ਖਾਨਾ ਜੰਗੀ ਜਿਹੜੀ ਹੈਗੀ ਆ ਸ਼ੁਰੂ ਹੋਈ ਹੈ ਔਰ ਉਹਦੇ ਵਿੱਚੋਂ ਕੈਪਟਨ ਸਾਹਿਬ ਇੱਕ ਵੱਡੇ ਨੇਤਾ, ਵੱਡਾ ਧੜਾ ਜਿਹੜਾ ਹੈਗਾ ਉਹ ਅਲੱਗ ਹੋ ਚੁੱਕਿਆ ਹੈ, ਜਿਹਦੇ ਕਰਕੇ ਜਦੋਂ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਵੱਡੀ ਜਿਹੜੀ ਹੈਗੀ ਹੈ ਤਾਦਾਦ ਦੇ ਵਿੱਚ ਕਾਂਗਰਸ ਦੇ ਜਿਹੜੇ ਲੀਡਰ ਨੇ, ਉਮੀਦਵਾਰ ਜਿਨ੍ਹਾਂ ਨੂੰ ਚੋਣਾਂ ਦੇ ਵਿੱਚ ਉਮੀਦਵਾਰ ਨਹੀਂ ਖੜਿਆ ਜਾਏਗਾ, ਉਹਨਾਂ ਨੂੰ ਸੀਟ ਨਹੀਂ ਮਿਲੇਗੀ, ਤਾਂ ਉਹ ਵੀ ਬਗਾਵਤ ਕਰ ਸਕਦੇ ਆ। ਸੋ ਕਾਫੀ ਸੰਭਾਵਨਾਵਾਂ ਨੇ ਕਿ ਕਾਂਗਰਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈਗੀ ਬਗਾਵਤ ਹੋਏਗੀ ਔਰ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੇਗੀ ਉਹ ਲੋਕ ਜਿਹੜੇ ਨੇ ਬਗਾਵਤ ਕਰ ਸਕਦੇ ਆ। ਇਸੇ ਤਰ੍ਹਾਂ ਜਦੋਂ ਅਸੀਂ ਗੱਲ ਕਰਾਂਗੇ ਕਿ ਬੀਜੇਪੀ ਦੇ ਵਿੱਚ ਵੀ ਜਿਹੜਾ ਹੈਗਾ ਲੋਕ ਟਿਕਟ ਲੈਣ ਦੇ ਲਈ, ਖਾਸ ਤੌਰ ਤੇ ਬੀਜੇਪੀ ਦਾ ਜਿਹੜਾ ਆਪਣਾ ਕੈਡਰ ਹੈ ਉਹਦੇ ਵਿੱਚ ਕਾਫੀ ਜਿਹੜੀ ਹੈਗੀ ਆ ਲੰਬੀ ਤਾਦਾਦ ਹੈ, ਲੋਕ ਜਿਹੜੀ ਹੈਗੀ ਆ ਸੀਟ ਲੈਣਾ ਚਾਹੁੰਦੇ ਨੇ। ਸੋ ਉੱਥੇ ਵੀ ਕਸ਼ਮਕਸ਼ ਤੁਹਾਨੂੰ ਦਿਖਾਈ ਦੇਵੇਗੀ। ਸੋ ਕਹਿਣ ਦਾ ਮਤਲਬ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਾਫੀ ਬਗਾਵਤਾਂ ਹੋਈਆਂ, ਇੱਕ ਦੂਜੇ ਦੇ ਉੱਤੇ ਦੋਸ਼ ਪ੍ਰਤੀ ਦੋਸ਼ ਜਿਹੜੇ ਸੀਗੇ ਉਹ ਲਗਾਏ ਗਏ। ਇਸੇ ਤਰ੍ਹਾਂ ਜਦੋਂ ਅਕਾਲੀ ਦਲ ਟਿਕਟਾਂ ਵੰਡ ਰਿਹਾ ਸੀਗਾ ਤਾਂ ਉਦੋਂ ਵੀ ਕਾਫੀ ਦਿੱਕਤਾਂ ਅਕਾਲੀ ਦਲ ਨੂੰ ਸਾਹਮਣੇ ਕਰਨਾ ਪਿਆ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਸਥਿਤੀ ਵੇਖਦੇ ਹਾਂ ਵੱਖ-ਵੱਖ ਪਾਰਟੀਆਂ ਦੀ, ਤਾਂ ਮੁੱਖ ਤੌਰ ਤੇ 3 ਪਾਰਟੀਆਂ ਜਿਹੜੀਆਂ ਨੇ, ਪੋਲੀਟੀਕਲ ਪਾਰਟੀਆਂ ਇਸ ਵੇਲੇ ਉਹ ਕੰਪੀਟੀਸ਼ਨ ਦੇ ਵਿੱਚ ਦਿਖਾਈ ਦੇ ਰਹੀਆਂ ਨੇ, ਜਿਹਦੇ ਵਿੱਚ ਆਮ ਆਦਮੀ ਪਾਰਟੀ ਹੈ, ਜਿਹਦੇ ਵਿੱਚ ਕਾਂਗਰਸ ਹੈ ਔਰ ਆਪਾਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਤੇ ਬਸਪਾ ਹੈ। ਤੇ ਨਾਲ ਦੀ ਨਾਲ ਜਦੋਂ ਅਸੀਂ ਬੀਜੇਪੀ ਦੀ ਗੱਲ ਕਰਦੇ ਹਾਂ, ਬੀਜੇਪੀ ਦਾ ਇਸ ਵੇਲੇ ਜਿਹੜਾ ਆਧਾਰ ਹੈ ਉਹ ਤੁਸੀਂ ਜਿਵੇਂ ਜ਼ਿਕਰ ਕੀਤਾ ਸੀਗਾ ਕਿ ਜਿਹੜੀ ਮੋਦੀ ਸਾਹਿਬ ਦੀ ਰੈਲੀ ਹੋਣੀ ਸੀਗੀ, ਉੱਥੋਂ ਤੁਸੀਂ ਅੰਦਾਜ਼ਾ ਲਾ ਹੀ ਲਿਆ ਹੋਣਾ
ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਬੀਜੇਪੀ ਨੂੰ ਬਹੁਤਾ ਨਹੀਂ ਪਸੰਦ ਕਰ ਰਹੇ। ਸੋ ਇਸ ਵੇਲੇ ਕੰਪੀਟੀਸ਼ਨ ਜਿਹੜਾ ਹੋ ਸਕਦਾ ਹੈ ਉਹ ਕਾਂਗਰਸ, ਅਕਾਲੀ ਦਲ ਔਰ ਆਮ ਆਦਮੀ ਪਾਰਟੀ ਦੇ ਵਿੱਚ ਹੀ ਮੁੱਖ ਤੌਰ ਤੇ ਆਪਾਂ ਕਹਿ ਸਕਦੇ ਹਾਂ। ਇਹਦੇ ਵਿੱਚ ਇੱਕ ਮੇਨ ਰੋਲ ਜਿਹੜਾ ਅਦਾ ਕਰ ਸਕਦੇ ਆ ਉਹ ਕਿਸਾਨਾਂ ਦਾ ਰੋਲ ਅਦਾ ਹੋਏਗਾ ਕਿ ਕਿੱਧਰ ਕਿਸਾਨ ਕਿੱਧਰ ਜਾਂਦੇ ਆ। ਕਿਸਾਨ ਜਿਹੜੇ ਨੇ ਉਹ ਆਪਣੀ ਕਿਸਾਨ ਮੋਰਚੇ ਨੂੰ, ਕਿਸਾਨ ਸਮਾਜ ਮੋਰਚੇ ਨੂੰ ਵੋਟਾਂ ਪਾਉਣਗੇ ਜਾਂ ਉਹ ਪੋਲੀਟੀਕਲ ਪਾਰਟੀਆਂ ਵੱਲ ਜਾਣਗੇ, ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੁਨਸਰ ਕਰੇਗਾ। ਸੋ ਇਸ ਵੇਲੇ ਜਿਹੜਾ ਹੈਗਾ ਕੰਪੀਟੀਸ਼ਨ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਕਿ ਮੁੱਖ ਤੌਰ ਤੇ ਚੌਤਰਫੀ ਮੁਕਾਬਲਾ ਹੈ ਔਰ ਤਿੰਨ ਧਿਰਾਂ ਜਿਹੜੀਆਂ ਨੇ, ਤਿੰਨ ਪੋਲੀਟੀਕਲ ਪਾਰਟੀਆਂ ਉਹ ਮੁੱਖ ਤੌਰ ਤੇ ਉਹ ਦਾਅਵੇਦਾਰ ਆਪਣੇ ਆਪ ਨੂੰ ਪੇਸ਼ ਕਰ ਸਕਦੀਆਂ ਨੇ। ਬੇਸ਼ੱਕ ਬਸਪਾ ਜਿਹੜੀ ਹੈਗੀ ਆ ਉਹ ਆਪਾਂ ਸਾਰੇ ਜਾਣਦੇ ਹਾਂ ਕਿ ਅਕਾਲੀ ਦਲ ਦੇ ਨਾਲ ਮਿਲ ਕੇ ਲੜ ਰਹੀ ਹੈ, ਪਰ ਬਸਪਾ ਦਾ ਆਧਾਰ ਕੁਝ ਏਰੀਆ ਨੂੰ ਛੱਡ ਕੇ ਬਹੁਤਾ ਆਪਾਂ ਪੰਜਾਬ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਰਿਹਾ। ਖਾਸ ਤੌਰ ਤੇ ਜਦੋਂ ਚੰਨੀ ਸਾਹਿਬ ਦੀ ਅਸੀਂ ਗੱਲ ਕਰਦੇ ਹਾਂ ਕਿ ਚੰਨੀ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਨੇ ਤਾਂ ਚੰਨੀ ਸਾਹਿਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕਾਂਗਰਸ ਬਸਪਾ ਦੇ ਆਧਾਰ ਨੂੰ ਖੋਰਾ ਲਾ ਸਕਦੀ ਹੈ। ਉਸ ਨੂੰ ਕਾਫੀ ਜਿਹੜਾ ਹੈਗਾ ਕਾਫੀ ਉਹਨਾਂ ਦੀਆਂ ਜਿਹੜੀਆਂ ਵੋਟਾਂ ਨੇ ਕਾਂਗਰਸ ਵੱਲ ਖਿਸਕ ਸਕਦੀਆਂ ਨੇ ਬਸਪਾ ਦੀਆਂ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਦੂਜੇ ਦੀ ਜਿਹੜੀ ਟੱਕਰ ਹੈ ਇਸ ਵੇਲੇ ਜਿਹੜਾ ਸਿਨੈਰੀਓ ਹੈ ਉਹ ਕਾਫੀ ਦਿਲਚਸਪ ਹੋਣ ਵਾਲਾ ਹੈ। ਪੰਗੂ ਸਾਹਿਬ, ਡਾਕਟਰ ਸਾਹਿਬ ਜੇਕਰ ਬੀਜੇਪੀ ਤੇ ਆਪਾਂ ਗੱਲਬਾਤ ਕਰੀਏ, ਦੇਖੋ ਰੈਲੀ ਫਲॉप ਹੋ ਗਈ ਬੀਜੇਪੀ ਦੀ, ਇੱਕਦਮ ਹੁਣ ਚੋਣਾਂ ਦਾ ਐਲਾਨ ਹੋ ਗਿਆ, ਜਲਦ ਹੀ ਸਾਰੀ ਪ੍ਰਕਿਰਿਆ ਉਹ ਕਾਰਜ ਦੇ ਵਿੱਚ ਆ ਜਾਊਗੀ, ਚੋਣ ਜ਼ਾਬਤੇ ਦੀ ਜਾਂ ਹੋਰ ਜਿਵੇਂ ਜਿਵੇਂ ਇਲੈਕਸ਼ਨ ਕਮਿਸ਼ਨ ਨੇ ਦੱਸੀਆਂ ਉਹ ਸਾਰੀਆਂ ਪ੍ਰਕਿਰਿਆਵਾਂ ਲਾਗੂ ਹੋ ਜਾਣਗੀਆਂ। ਬੀਜੇਪੀ ਫਿਰ ਸਟੈਂਡ ਕਿਵੇਂ ਕਰੂਗੀ? ਕੈਪਟਨ ਅਮਰਿੰਦਰ ਸਿੰਘ ਨਾਲ ਨੇ, ਸੁਖਦੇਵ ਸਿੰਘ ਢੀਂਡਸਾ ਨੂੰ ਭਾਵੇਂ ਕਰੋਨਾ ਹੋਇਆ ਉਹ ਵੀ ਬੀਜੇਪੀ ਨਾਲ ਹੈ, ਇਕੱਠ ਰੈਲੀ ਦੇ ਵਿੱਚ ਹੋਇਆ ਨਹੀਂ, ਸਰਵਾਈਵ ਬੀਜੇਪੀ ਪੋਲੀਟੀਕਲ ਤੌਰ ਤੇ ਇਹਨੇ ਛੇਤੀ ਇਹਨੇ ਘੱਟ ਸਮੇਂ ਦੇ ਵਿੱਚ ਕਿਵੇਂ ਕਰ ਪਾਊਗੀ? ਪੰਗੂ ਸਾਹਿਬ, ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਬੀਜੇਪੀ ਦਾ ਪੰਜਾਬ ਦੇ ਵਿੱਚ ਸਟੈਂਡ ਹੋਣਾ ਬਹੁਤ ਔਖਾ ਹੈ। ਤੁਸੀਂ ਅੰਦਾਜ਼ਾ, ਜਿਵੇਂ ਆਪਾਂ ਪਹਿਲਾਂ ਕਿਹਾ ਕਿ ਜਦੋਂ ਮੋਦੀ ਸਾਹਿਬ ਦੀ ਰੈਲੀ ਸੀਗੀ ਉਸ ਰੈਲੀ ਦੇ ਵਿੱਚ ਲੋਕਾਂ ਦਾ ਨਾਂ ਆਉਣਾ ਔਰ ਜਿਹੜੇ ਵੀ ਲੋਕ ਆਏ ਉੱਥੇ ਆਪਾਂ ਨੂੰ ਵੀ ਪਤਾ ਹੈ ਕਿ ਉਹ ਕਿਵੇਂ ਉਹਨਾਂ ਨੂੰ ਮੈਨੇਜ ਕੀਤਾ ਗਿਆ। ਸੋ ਇਸ ਕਰਕੇ ਬੀਜੇਪੀ ਦਾ, ਕਿਉਂਕਿ 1 ਸਾਲ ਤੋਂ ਵੱਧ ਪੰਜਾਬ ਦੇ ਵਿੱਚ ਉਹ ਵੱਡਾ ਸੰਘਰਸ਼ ਕਿਸਾਨਾਂ ਦਾ ਚੱਲਿਆ ਹੈ ਔਰ ਉਸ ਸੰਘਰਸ਼ ਨੇ ਕਿਸਾਨਾਂ ਨੂੰ ਬੀਜੇਪੀ ਦੇ ਪ੍ਰਤੀ ਜੋ ਇੱਕ ਲੋਕਾਂ ਦੇ ਮਨਾਂ ਦੇ ਵਿੱਚ, ਖਾਸ ਤੌਰ ਤੇ ਕਿਸਾਨਾਂ ਦੇ ਮਨਾਂ ਦੇ ਵਿੱਚ ਇੱਕ ਨਫ਼ਰਤ ਦਾ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਗੁਬਾਰਾ ਫੁੱਟਿਆ। ਸੋ ਇਸ ਕਰਕੇ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਹੁਣ ਅਗਲੀਆਂ ਚੋਣਾਂ ਜਿਹੜੀਆਂ ਹੋਣ ਵਾਲੀਆਂ ਨੇ ਉਹਦੇ ਵਿੱਚ ਵੀ ਕੋਈ ਬਹੁਤਾ ਸਟੈਂਡ ਬੀਜੇਪੀ ਦਾ ਹੁੰਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਉਹਦੇ ਵਿੱਚ ਇੱਕ ਪਾਸੇ ਤੁਸੀਂ ਦੇਖੋਗੇ ਕਿ ਅਕਾਲੀ ਦਲ ਸੰਯੁਕਤ ਦਾ ਜਿਹੜਾ ਮੋਰਚਾ ਹੈ, ਟਕਸਾਲੀ ਆਗੂ ਜਿਹੜੇ ਕਹਿੰਦੇ ਸੀਗੇ ਅਸੀਂ ਅਕਾਲੀ ਟਕਸਾਲੀ ਆ, ਉਹ ਵੀ ਉਹਨਾਂ ਦੇ ਨਾਲ ਰਲਿਆ ਹੋਇਆ। ਇਸੇ ਤਰ੍ਹਾਂ ਕਾਂਗਰਸ ਦੇ ਵਿੱਚੋਂ ਬੇਸ਼ੱਕ ਕੈਪਟਨ ਸਾਹਿਬ ਜਿਹੜੇ ਨੇ ਉਹ ਉਹਨਾਂ ਦੇ ਨਾਲ ਰਲੇ ਹੋਏ ਨੇ, ਪਰ ਕੁੱਲ ਮਿਲਾ ਕੇ ਜਿਹੜੇ ਇਹ ਲੀਡਰ ਨੇ, ਜਦੋਂ ਆਪਾਂ ਖਾਸ ਤੌਰ ਤੇ ਕੈਪਟਨ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਕੈਪਟਨ ਸਾਹਿਬ ਨੂੰ ਲੋਕ ਇਹੀ ਪੁੱਛਣਾ ਚਾਹੁੰਦੇ ਨੇ ਕਿ ਜਦੋਂ ਉਹਨਾਂ ਨੂੰ 4.5 ਸਾਲ ਪਹਿਲਾਂ ਇੱਕ ਮੌਕਾ ਦਿੱਤਾ ਗਿਆ ਸੀ ਐਜ਼ ਏ ਮੁੱਖ ਮੰਤਰੀ ਦੇ ਤੌਰ ਤੇ, ਉਹਨਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਨੂੰ ਉਹਨਾਂ ਨੂੰ ਵੋਟਾਂ ਪਾਈਆਂ ਸੀ ਲੋਕਾਂ ਨੇ, ਉਹਨਾਂ ਨੇ ਉਸ ਦੌਰ ਦੇ ਵਿੱਚ ਕੀ ਕੰਮ ਕੀਤੇ? ਕੀ ਉਹਨਾਂ ਨੇ ਵੱਡੇ ਵੱਡੇ ਵਾਅਦੇ ਆਪਣੇ ਪੂਰੇ ਕੀਤੇ ਸੀਗੇ? ਕੀ ਉਹਨਾਂ ਨੇ ਜਿਹੜਾ ਘਰ ਘਰ ਨੌਕਰੀ ਦਾ ਵਾਅਦਾ ਪੂਰਾ ਕੀਤਾ ਸੀ ਉਸ ਵੇਲੇ ਜਾਂ ਨਹੀਂ ਕੀਤਾ? ਇਹ ਵੱਡਾ ਸਵਾਲ ਉਹਨਾਂ ਤੋਂ ਪੁੱਛਿਆ ਜਾਂਦਾ ਹੈ। ਇਸੇ ਤਰ੍ਹਾਂ ਕਿਸਾਨਾਂ ਦਾ, ਜਦੋਂ ਅਸੀਂ ਕਰਜ਼ਾ ਮਾਫੀ ਦੀ ਗੱਲ ਕਰਦੇ ਹਾਂ, ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਸੀਗਾ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰ ਦਿਆਂਗੇ ਔਰ ਹਰ ਤਰ੍ਹਾਂ ਦਾ ਕਿਹਾ ਕਿਸਾਨਾਂ ਦਾ ਕਰਜ਼ਾ ਮਾਫ, ਯਾਨੀ ਕਿ ਸਹਿਕਾਰੀ ਬੈਂਕਾਂ ਦਾ, ਸਰਕਾਰੀ ਬੈਂਕਾਂ ਦਾ ਜਾਂ ਆੜ੍ਹਤੀਆਂ ਦਾ ਵੀ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਕਰਜ਼ਾ ਮਾਫ ਕਰਾਂਗੇ। ਇਸੇ ਤਰ੍ਹਾਂ ਵੱਡਾ ਵਾਅਦਾ ਉਹਨਾਂ ਨੇ ਕਿਹਾ ਸੀਗਾ ਕਿ ਸ਼੍ਰੀ ਗੁਰੂ ਆਪਾਂ ਕਹਿ ਸਕਦੇ ਹਾਂ ਕਿ ਗੁਟਕਾ ਸਾਹਿਬ ਹੱਥ 'ਚ ਫੜ ਕੇ ਕਿਹਾ ਸੀਗਾ ਕਿ ਮੈਂ 4 ਹਫ਼ਤਿਆਂ ਦੇ ਵਿੱਚ ਜਿਹੜਾ ਹੈਗਾ ਨਸ਼ੇ ਦਾ ਲੱਕ ਤੋੜ ਦਾਂਗਾ। ਉਹ ਲੱਕ ਨਹੀਂ ਟੁੱਟਿਆ, ਉਹਦੇ ਬਾਰੇ ਵੀ ਲੋਕ ਸਵਾਲ ਪੁੱਛ ਰਹੇ ਨੇ। ਇਸ ਤਰ੍ਹਾਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਹੋਈ ਹੈ ਉਸ ਨੂੰ ਲੈ ਕੇ ਉਹਨਾਂ ਨੇ ਜੋ ਲੋਕਾਂ ਦੇ ਨਾਲ ਵਾਅਦੇ ਕੀਤੇ ਸੀਗੇ ਉਹ ਉਹਨਾਂ ਨੇ ਪੂਰੇ ਨਹੀਂ ਕੀਤੇ। ਸੋ ਕਹਿਣ ਦਾ ਮਤਲਬ ਹੈ ਕਿ ਕੈਪਟਨ ਸਾਹਿਬ ਜੇ ਅੱਜ ਇਹ ਚਾਹੁੰਦੇ ਆ ਕਿ ਬੀਜੇਪੀ ਨਾਲ ਲੱਗ ਕੇ ਉਹ ਕੋਈ ਸੱਤਾ 'ਚ ਆ ਜਾਣਗੇ ਜਾਂ ਕੋਈ ਸੀਟਾਂ ਜਿੱਤ ਲੈਣਗੇ, ਇੱਦਾਂ ਦੀਆਂ ਕੋਈ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ। ਪੰਗੂ ਸਾਹਿਬ, ਬੀਜੇਪੀ ਕਹਿੰਦੀ ਡਾਕਟਰ ਸਾਹਿਬ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ 'ਚ ਫਿਰ ਆਉਣਗੇ। ਜੀ ਦੇਖੋ, ਆਉਣਾ ਸਭ ਦਾ ਹੱਕ ਹੈ ਔਰ
ਭਾਰਤੀ ਲੋਕਤੰਤਰ ਦੇ ਵਿੱਚ ਇੰਨੀ ਜ਼ਰੂਰ ਪਾਰਟੀਆਂ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਹਰ ਕੋਈ, ਚਾਹੇ ਤੁਸੀਂ ਕਿਸੇ ਦੇ ਨਾਲ ਆਪਣੇ ਵਿਚਾਰ ਸਾਂਝੇ ਰੱਖਦੇ ਹੋ ਜਾਂ ਨਹੀਂ ਰੱਖਦੇ, ਇਹ ਇੱਕ ਵੱਖਰੀ ਗੱਲ ਹੈ, ਪਰ ਹਰ ਕਿਸੇ ਨੂੰ ਪੂਰਾ ਹੱਕ ਹੈ ਕਿ ਉਹ ਜਿੱਥੇ ਵੀ ਚੋਣਾਂ ਹੋ ਰਹੀਆਂ ਨੇ, ਕਿਉਂਕਿ ਉਹ ਤਾਂ ਪ੍ਰਧਾਨ ਮੰਤਰੀ ਨੇ, ਉਹ 5 ਸੂਬਿਆਂ ਦੇ ਵਿੱਚ ਹੀ ਜਾਣਗੇ, ਇਕੱਲੇ ਇੱਕ ਸੂਬੇ ਦੇ ਵਿੱਚ ਨਹੀਂ ਜਾਣਗੇ। ਪੰਜਾਬ ਦੇ ਵਿੱਚ ਉਹਨਾਂ ਨੇ, ਉਹ ਕਹਿ ਰਹੇ ਨੇ ਕਿ ਦੁਬਾਰਾ ਵੀ ਆਉਣਗੇ ਔਰ ਬਾਰ-ਬਾਰ ਉਹਨਾਂ ਨੂੰ ਆਉਣਾ ਚਾਹੀਦਾ। ਪਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਜਿਹੜੀ ਆਪਾਂ ਗੱਲ ਬਹੁਤ ਜ਼ੋਰ ਨਾਲ ਕਹਿਣੀ ਚਾਹੁੰਦੇ ਹਾਂ ਉਹ ਇਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਹੈਗਾ ਬੀਜੇਪੀ ਜਿੰਨੇ ਛੜਯੰਤਰ ਕਰੇਗੀ, ਜਿਵੇਂ ਤੁਸੀਂ ਦੇਖਿਆ ਹੈਗਾ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਜਿਹੜਾ ਬਕਾਇਦਾ ਤੌਰ ਤੇ ਸਕ੍ਰਿਪਟ ਲਿਖੀ ਗਈ ਔਰ ਲੋਕਾਂ ਨੂੰ, ਖਾਸ ਤੌਰ ਤੇ ਪੋਲੀਟੀਕਲ ਪਾਰਟੀਆਂ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਉਹਨਾਂ ਨੇ ਪੰਜਾਬੀਆਂ ਨੂੰ ਦੋਸ਼ੀ ਠਹਿਰਾਇਆ, ਪੰਜਾਬ ਨੂੰ ਦੋਸ਼ੀ ਠਹਿਰਾਇਆ ਔਰ ਵਿਸ਼ੇਸ਼ ਤੌਰ ਤੇ ਸਿੱਖਾਂ ਨੂੰ ਦੋਸ਼ੀ ਠਹਿਰਾਇਆ ਕਿ ਇਹਦੇ ਲਈ ਉਹ ਜਿਹੜੇ ਨੇ ਸਾਰਾ ਦੋਸ਼ ਉਹਨਾਂ ਨੇ ਪੰਜਾਬ ਦੇ ਉੱਤੇ ਮੜਿਆ, ਪੰਜਾਬੀਆਂ ਦੇ ਉੱਤੇ ਮੜਿਆ, ਸਿੱਖਾਂ ਦੇ ਉੱਤੇ ਮੜਿਆ ਔਰ ਟ੍ਰੋਲਿੰਗ ਜਿਹੜੀ ਹੈਗੀ ਆ ਕੀਤੀ ਗਈ। ਸੋ ਕਹਿਣ ਦਾ ਮਤਲਬ ਹੈ ਕਿ ਇਹ ਸਾਰੀ ਸਕ੍ਰਿਪਟ ਬਕਾਇਦਾ ਤੌਰ ਤੇ ਲਿਖੀ ਜਾਂਦੀ ਹੈ ਔਰ ਜਿਹੜੀ ਨਫ਼ਰਤ ਦੀ ਰਾਜਨੀਤੀ ਫੈਲਾਉਣਾ ਚਾਹੁੰਦੇ ਨੇ ਮੋਦੀ ਸਾਹਿਬ ਜਾਂ ਬੀਜੇਪੀ, ਉਹ ਆਪਾਂ ਨੇ ਇਸ ਐਪੀਸੋਡ ਤੋਂ ਬਾਅਦ ਦੇਖਿਆ ਔਰ ਦੇਖਣ ਨੂੰ ਮਿਲਿਆ ਔਰ ਪੂਰੇ ਭਾਰਤ ਦੇ ਵਿੱਚ ਉਹਨਾਂ ਨੇ ਇੱਕ ਜਿਹੜਾ ਛੜਯੰਤਰ ਰਚ ਕੇ ਇਹ ਕੋਸ਼ਿਸ਼ ਕੀਤੀ ਪੋਲਰਾਈਜੇਸ਼ਨ ਕਰਨ ਦੀ ਕਿ ਇੱਕ ਪਾਸੇ, ਕਿਉਂਕਿ 4 ਸਟੇਟਾਂ ਦੇ ਵਿੱਚ ਖਾਸ ਤੌਰ ਤੇ ਯੂਪੀ ਔਰ ਉੱਤਰਾਖੰਡ ਦੇ ਜਿਹੜੇ ਵੋਟਰ ਨੇ ਉਹਨਾਂ ਨੂੰ ਪ੍ਰਭਾਵਣ ਦੇ ਲਈ, ਉਹਨਾਂ ਦੀ ਪੋਲਰਾਈਜੇਸ਼ਨ ਕਰਨ ਦੇ ਲਈ ਇਹ ਸਾਰਾ ਜਿਹੜਾ ਹੈਗਾ ਛੜਯੰਤਰ ਨੂੰ ਰਚਿਆ ਗਿਆ ਸੀਗਾ। ਸੋ ਕਹਿਣ ਦਾ ਮਤਲਬ ਹੈ ਕਿ ਆਉਣਾ ਇੱਕ ਗੱਲ ਹੈ, ਵਧੀਆ ਗੱਲ ਹੈ, ਪਰ ਆ ਕੇ ਉਹ ਜਿਸ ਕਿਸਮ ਦੀ ਰਾਜਨੀਤੀ ਇੱਥੇ ਘਟੀਆ ਰਾਜਨੀਤੀ ਕਰਨੀ ਚਾਹੁੰਦੇ ਨੇ ਜਾਂ ਕਰ ਰਹੇ ਨੇ ਬੀਜੇਪੀ ਵਾਲੇ, ਤਾਂ ਉੱਥੋਂ ਪੰਜਾਬ ਦੇ ਲੋਕ ਜਿਹੜੇ ਨੇ ਪਹਿਲਾਂ ਹੀ ਸੁਚੇਤ ਨੇ, ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋਰ ਸੁਚੇਤ ਹੋਣਗੇ ਜਿਹੜੀ ਪਿਛਲੀ ਘਟਨਾ ਤੋਂ ਬਾਅਦ। ਸੋ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਦੇ ਪੈਰ ਲੱਗਣਗੇ, ਸਗੋਂ ਜਿਹੜੇ ਮਾੜੇ ਮੋਟੇ ਬਚਦੇ ਆ ਉਹ ਵੀ ਉਖੜ ਸਕਦੇ ਆ, ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਵਿਰੋਧ ਹੈ ਬੀਜੇਪੀ ਦੇ ਪ੍ਰਤੀ ਔਰ ਬੀਜੇਪੀ ਦੇ ਖਾਸ ਤੌਰ ਤੇ ਜਿਹੜੇ ਮੋਦੀ ਸਾਹਿਬ ਨੇ ਉਹ ਕਿਉਂਕਿ ਉਹਨਾਂ ਨੇ ਆਪਣਾ ਪ੍ਰਧਾਨ ਮੰਤਰੀ ਹੋਣ ਦਾ ਜੋ ਇੱਕ ਉਹਨਾਂ ਦਾ ਰੁਤਬਾ ਸੀਗਾ ਉਸ ਨੂੰ ਨਹੀਂ ਨਿਭਾਇਆ। ਉਸ ਸਾਰੀ ਚੀਜ਼ ਨੂੰ ਉਹਨਾਂ ਨੇ ਇੱਕ ਬੀਜੇਪੀ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ ਉਹ ਆਏ ਸੀਗੇ, ਨਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ। ਹਾਂ, ਉਹਨਾਂ ਨੂੰ ਆਉਣਾ ਚਾਹੀਦਾ, ਜਿਵੇਂ ਤੁਸੀਂ ਕਹਿ ਰਹੇ ਹੋ, ਆਪਣਾ ਜਿਹੜੀ ਹੈਗੀ ਗੱਲ ਰੱਖਣੀ ਚਾਹੀਦੀ ਆ, ਪਰ ਇੱਕ ਪ੍ਰਧਾਨ ਮੰਤਰੀ ਦੇ ਤੌਰ ਤੇ ਆਉਣਾ ਚਾਹੀਦਾ, ਨਾ ਕਿ ਇੱਕ ਉਹ ਬੀਜੇਪੀ ਦੇ ਕਾਰਕੁਨ ਦੇ ਤੌਰ ਤੇ। ਜਦੋਂ ਆਉਂਦੇ ਨੇ ਤਾਂ ਲਾਜ਼ਮੀ ਤੌਰ ਤੇ ਇੱਥੇ ਸਿਆਸਤ ਹੁੰਦੀ ਹੈ ਔਰ ਇਸ ਸਿਆਸਤ ਉਹਨਾਂ ਦੀ ਇਹੀ ਹੈ ਕਿ ਲੋਕਾਂ ਨੂੰ ਵੰਡ ਦਿਓ, ਪੰਜਾਬੀਆਂ ਨੂੰ ਵੰਡ ਦਿਓ, ਭਾਰਤੀਆਂ ਨੂੰ ਵੰਡ ਦਿਓ ਔਰ ਆਪਣੀ ਵੋਟ ਬੈਂਕ ਜਿਹੜਾ ਹੈਗਾ ਲਓ, ਆਪਣੀ ਸੱਤਾ ਹਾਸਲ ਕਰੋ। ਇਸ ਤੋਂ ਵੱਧ ਉਹਨਾਂ ਦਾ ਕੋਈ ਏਜੰਡਾ ਨਜ਼ਰ ਨਹੀਂ ਆ ਰਿਹਾ। ਪੰਗੂ ਸਾਹਿਬ, ਕੈਪਟਨ ਅਮਰਿੰਦਰ ਸਿੰਘ ਉਹਨਾਂ ਇਕੱਠ ਨਹੀਂ ਕਰ ਪਏ, ਜਾਂ ਫਿਰ ਬਾਰਿਸ਼ ਕਰਕੇ ਇਕੱਠ ਨਹੀਂ ਹੋਇਆ, ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਡਾਕਟਰ ਸਾਹਿਬ ਵੱਲੋਂ ਜੇ ਸਟੈਂਡ ਨਹੀਂ ਕਰ ਪਾਈ ਉਸ ਪੱਧਰ ਉੱਤੇ ਜੋ ਇਕੱਠ ਨਹੀਂ ਕਰ ਸਕੀ। ਲੋਕਾਂ ਦੇ ਸੋਸ਼ਲ ਮੀਡੀਆ ਤੇ ਇਹ ਵਿਚਾਰ ਨੇ ਜੀ। ਪੰਗੂ ਸਾਹਿਬ, ਮੈਂ ਇਹੀ ਗੱਲ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਚਾਹੇ ਕੈਪਟਨ ਸਾਹਿਬ ਦੀ ਪਾਰਟੀ ਹੋਵੇ, ਚਾਹੇ ਟਕਸਾਲੀ ਸੰਯੁਕਤ ਅਕਾਲੀ ਦਲ ਉਹਨਾਂ ਦੀ ਪਾਰਟੀ ਹੋਵੇ, ਢੀਂਡਸਾ ਸਾਹਿਬ ਦੀ ਪਾਰਟੀ ਹੋਵੇ ਜਾਂ ਬੀਜੇਪੀ ਹੋਵੇ, ਇਹਨਾਂ ਨੂੰ ਲੋਕ ਹਜੇ ਮੂੰਹ ਨਹੀਂ ਲਾ ਰਹੇ। ਲੋਕ ਇਹਨਾਂ ਨੂੰ ਸਗੋਂ ਇੱਕ ਤਰ੍ਹਾਂ ਦੇ ਨਾਲ ਗੁੱਸੇ ਨਾਲ ਵੇਖ ਰਹੇ ਨੇ। ਉਹ ਗੁੱਸਾ ਇਸੇ ਲਈ ਹੈ ਕਿਉਂਕਿ ਬੀਜੇਪੀ ਨੂੰ ਆਪਾਂ ਨੂੰ ਪਤਾ ਹੈ ਕਿ ਉਹਨਾਂ ਨੇ 3 ਕਾਲੇ ਕਾਨੂੰਨ ਲਿਆਂਦੇ ਔਰ ਉਹਨਾਂ ਕਾਨੂੰਨਾਂ ਕਰਕੇ ਲਗਭਗ 750 ਸਾਡਾ ਜਿਹੜਾ ਕਿਸਾਨ ਸੀ ਉਹ ਸ਼ਹੀਦ ਹੋਇਆ ਔਰ ਹੋਰ ਵੀ ਬਹੁਤ ਵੱਡੇ ਉਹਨਾਂ ਨੂੰ ਲਗਭਗ 1.5 ਸਾਲ ਦੇ ਵਿੱਚ ਬਹੁਤ ਵੱਡੇ ਨੁਕਸਾਨ ਸਹਿਣੇ ਪਏ। ਇਸੇ ਤਰ੍ਹਾਂ ਜਦੋਂ ਅਸੀਂ ਜਿਵੇਂ ਕੈਪਟਨ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਹੋ, ਕੈਪਟਨ ਸਾਹਿਬ ਦੀ ਪਾਰਟੀ ਜਿਹੜੀ ਹੈਗੀ ਆ ਉਹਦੇ ਵੀ ਹਜੇ ਪੈਰ ਨਹੀਂ ਲੱਗ ਰਹੇ। ਉਹਦਾ ਵੱਡਾ ਕਾਰਨ ਇਹੀ ਹੈ ਕਿ ਕੈਪਟਨ ਸਾਹਿਬ ਨੇ ਜੋ ਵਾਅਦੇ ਕੀਤੇ ਸੀਗੇ ਪੰਜਾਬੀਆਂ ਦੇ ਨਾਲ, ਉਹ ਵਾਅਦੇ ਹਜੇ ਤੱਕ ਹਵਾ 'ਚ ਲਟਕ ਰਹੇ ਨੇ। ਸੋ ਨਤੀਜਾ ਕੀ ਨਿਕਲ ਰਿਹਾ? ਨਤੀਜਾ ਇਹੀ ਹੈ ਕਿ ਲੋਕ ਇਸ ਪਾਰਟੀ ਦੇ ਨਾਲ ਜਾਂ ਇਹਨਾਂ ਪਾਰਟੀਆਂ ਦੇ ਨਾਲ, ਚਾਹੇ ਬੀਜੇਪੀ ਹੋਵੇ, ਚਾਹੇ ਉਹ ਕਾਂਗਰਸ ਦੀ ਜਿਹੜੀ ਕੈਪਟਨ ਸਾਹਿਬ ਦੀ ਪਾਰਟੀ ਹੋਵੇ, ਚਾਹੇ ਅਕਾਲੀ ਸੰਯੁਕਤ ਦੀ ਪਾਰਟੀ ਹੋਵੇ, ਇਹਨਾਂ ਗੱਠਜੋੜਾਂ ਦੇ ਨਾਲ ਲੋਕਾਂ ਦਾ ਜਿਹੜਾ ਹੈਗਾ ਲਗਾਓ ਇਸ ਵੇਲੇ ਸਾਹਮਣੇ ਨਹੀਂ ਆ ਰਿਹਾ। ਨਤੀਜਾ ਹੈ ਕਿ ਕੁਰਸੀਆਂ ਖਾਲੀ ਹੁੰਦੀਆਂ ਨੇ ਔਰ ਚਾਹੇ ਇਹਨੂੰ ਤੁਸੀਂ ਇਹ ਕਹਿ ਲਓ ਕਿ ਬਰਸਾਤ ਕਰਕੇ ਇੱਕ ਬਹਾਨਾ ਬਣਾ ਲਿਆ ਗਿਆ ਜਾਂ ਹੋਰ ਜਿਹੜੇ ਬਹਾਨੇ ਬਣਾ ਲਏ ਗਏ
ਕਿ ਜਿਹੜਾ ਹੈਗਾ ਬਹੁਤ ਸਾਰੇ ਬਹਾਨੇ ਇਸ ਤਰ੍ਹਾਂ ਦੇ ਲਗਾਏ ਗਏ ਕਿ ਇਹਨਾਂ ਕਰਕੇ ਸ਼ਾਇਦ ਕਿਸਾਨਾਂ ਕਰਕੇ ਨਹੀਂ ਆ ਸਕੇ, ਕਿਸਾਨਾਂ ਨੇ ਗੱਡੀਆਂ ਰੋਕ ਲਈਆਂ। ਪਰ ਜੇਕਰ ਤੁਹਾਡਾ ਵਲੰਟੀਅਰ ਜਾਂ ਲੋਕ ਤੁਹਾਨੂੰ ਪਸੰਦ ਕਰਦੇ ਆ ਤਾਂ ਉਹ ਵੱਡੀਆਂ ਸੰਕਟਾਂ ਦੇ ਵਿੱਚੋਂ ਵੱਡੀਆਂ ਚਾਹੇ ਜਿੰਨੀਆਂ ਵੀ ਉਹਨਾਂ ਦੇ ਸਾਹਮਣੇ ਤੁਸੀਂ ਚੁਣੌਤੀਆਂ ਖੜੀਆਂ ਕਰ ਦਿਓ, ਉਹਨਾਂ ਚੁਣੌਤੀਆਂ ਨੂੰ ਪਾਰ ਕਰਕੇ ਲੋਕ ਜਿਹੜੇ ਨੇ ਤੁਹਾਨੂੰ ਸੁਣਨ ਲਈ ਆ ਸਕਦੇ ਨੇ। ਸੋ ਕਿਉਂਕਿ ਇਹਨਾਂ ਦੇ ਉੱਤੇ ਇਸ ਵੇਲੇ ਜਿਹੜਾ ਹੈਗਾ ਉਸ ਕਿਸਮ ਦੀ ਜਿਹੜੀ ਹੈਗੀ ਹੈ, ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਜਿਹੜਾ ਹੈਗਾ ਪਿਆਰ ਹਜੇ ਨਹੀਂ ਸਾਹਮਣੇ ਆ ਰਿਹਾ ਲੋਕਾਂ ਦਾ, ਔਰ ਉਮੀਦਵਾਰ ਜਿਹੜੇ ਨੇ ਜਿਹੜੇ ਵੀ ਉਹਨਾਂ ਨੇ ਹਜੇ ਤੱਕ ਨਹੀਂ ਦਿੱਤੇ, ਔਰ ਇਸ ਕਰਕੇ ਲਗਭਗ ਬਹੁਤ ਲੇਟ ਹੁੰਦੀ ਜਾ ਰਹੀ ਹੈ ਬੀਜੇਪੀ ਜਾਂ ਬਾਕੀ ਪਾਰਟੀਆਂ, ਕਿਉਂਕਿ ਹੁਣ ਚੋਣਾਂ ਵੀ ਅਨਾਉਂਸ ਹੋ ਚੁੱਕੀਆਂ ਨੇ। ਇਸ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ, ਪਹਿਲੀ ਗੱਲ ਤਾਂ ਆਪਾਂ ਨੂੰ ਉਮੀਦਵਾਰਾਂ ਨੂੰ ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਦੇਣ, ਔਰ ਇਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈਗਾ ਕਾਫੀ ਮਿਹਨਤ ਹਜੇ ਕਰਨੀ ਪਏਗੀ। ਬੀਜੇਪੀ ਨੂੰ ਵੀ ਮਿਹਨਤ ਬਹੁਤ ਕਰਨੀ ਪਏਗੀ, ਔਰ ਟਕਸਾਲੀ ਜਿਹੜੇ ਨੇ ਅਕਾਲੀ ਦਲ ਉਸ ਨੂੰ ਵੀ ਬਹੁਤ ਮਿਹਨਤ ਕਰਨੀ ਪਏਗੀ, ਔਰ ਕਾਂਗਰਸ ਖਾਸ ਤੌਰ ਤੇ ਜਿਹੜੀ ਕੈਪਟਨ ਸਾਹਿਬ ਦੀ ਕਾਂਗਰਸ ਹੈ ਉਹਨੂੰ ਵੀ ਬਹੁਤ ਮਿਹਨਤ ਦੀ ਹਜੇ ਲੋੜ ਹੈ, ਔਰ ਇਹਨੂੰ ਹਜੇ ਲੰਬਾ ਸਮਾਂ ਲੱਗੇਗਾ। ਹੋਰ ਹਜੇ ਜਿਹੜਾ ਹੈਗਾ ਅਗਲੀ ਵਾਰੀ ਹੋ ਸਕਦਾ ਹੈ ਕਿ 24 ਦੇ ਵਿੱਚ ਕੋਈ ਮਾੜੀ ਮੋਟੀ ਜੇਕਰ ਇੱਦਾਂ ਲੱਗੇ ਰਹੇ, ਜੇਕਰ ਸਟਰਗਲ ਕਰਨਗੇ ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਲੋਕ ਉਹਨਾਂ ਨੂੰ ਨੇੜੇ ਲਾ ਲੈਣ। ਪਰ ਫਿਲਹਾਲ ਕੋਈ ਬਹੁਤਾ ਪੰਜਾਬੀ ਜਿਹੜੇ ਨੇ ਉਹਨਾਂ ਨੂੰ ਨੇੜੇ ਲਾਉਂਦੇ ਨਜ਼ਰ ਨਹੀਂ ਆ ਰਹੇ। ਭੰਗੂ ਸਾਹਿਬ, ਡਾਕਟਰ ਸਾਹਿਬ ਆਖਰੀ ਸਵਾਲ ਜੀ, ਸਥਿਤੀ ਤੁਸੀਂ ਵੈਸੇ ਤਾਂ ਸਾਰੀ ਕਲੀਅਰ ਕਰਤੀ ਕਿ ਆਹ ਪੰਜਾਬ ਦੇ ਵਿੱਚ ਸਭ ਕੁਝ ਹੋ ਸਕਦਾ ਜਾਂ ਫਿਰ ਇਹ ਘਟਨਾਵਾਂ ਵਾਪਰ ਵੀ ਸਕਦੀਆਂ ਨੇ। ਜਿਵੇਂ ਇਲੈਕਸ਼ਨ ਦੇ ਨੇੜੇ ਜਾ ਕੇ ਹੀ ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਸਾਡੇ ਲਈ ਸਰਕਾਰ ਦੀ ਪਟਾਰੀ 'ਚੋਂ ਕੁਛ ਨਿਕਲ ਕੇ ਆਵੇਗਾ ਜੀ, ਕੀ ਲੱਗਦਾ ਕਿ ਕੋਈ ਭਲੇ ਦੀ ਚੀਜ਼ ਲੋਕਾਂ ਦੀ ਝੋਲੀ 'ਚ ਪੈ ਜਾਊਗੀ? ਪੰਗੂ ਸਾਹਿਬ ਦੇਖੋ, ਪਿਛਲੇ ਵਾਰੀ ਪਟਾਰੀ ਇੰਨੀ ਖੋਲ ਦਿੱਤੀ ਸੀ ਕੈਪਟਨ ਸਾਹਿਬ ਨੇ 17 ਦੀ, ਤੁਹਾਨੂੰ ਯਾਦ ਹੋਏ ਕਿ ਉਹਨਾਂ ਨੇ ਕੋਈ ਅਗਲੀਆਂ ਵਾਰੀਆਂ ਦੇ ਵਿੱਚ ਕੋਈ ਰੱਖਿਆ ਨਹੀਂ ਗੁੰਜਾਇਸ਼ ਕਿ ਹੁਣ ਜਿਵੇਂ ਹੁਣ ਕਿਹਾ ਜਾ ਰਿਹਾ ਕਿ ਚਾਹੇ ਉਹ ਸਿੱਧੂ ਸਾਹਿਬ ਹੋਣ, ਨਵਜੋਤ ਸਿੱਧੂ ਜੀ ਹੋਣ, ਚਾਹੇ ਚੰਨੀ ਸਾਹਿਬ ਹੋਣ ਜਾਂ ਅਕਾਲੀ ਦਲ ਹੋਵੇ, ਉਹ ਕੀ ਕਹਿ ਰਹੇ ਨੇ ਕਿ ਇਸ ਵਾਰੀ ਅਸੀਂ ਪਟਾਰੀ ਨਹੀਂ ਖੋਲਾਂਗੇ, ਸਿਰਫ ਕੁਝ ਵਾਅਦੇ ਕਰਾਂਗੇ। 13 ਵਾਅਦੇ ਕਹਿ ਰਹੇ ਨੇ, ਅਕਾਲੀ ਦਲ ਵੀ 13 ਵਾਅਦੇ ਕਹਿ ਰਿਹਾ ਹੈ। ਇਸੇ ਤਰ੍ਹਾਂ ਤੁਸੀਂ ਦੇਖਿਆ ਹੋਵੇਗਾ ਕਿ ਆਮ ਆਦਮੀ ਪਾਰਟੀ ਹੈ ਉਹ ਗਰੰਟੀਆਂ ਦੇ ਰਹੀ ਹੈ ਕੁਝ, ਔਰ ਇਸੇ ਤਰ੍ਹਾਂ ਕਾਂਗਰਸ ਵੀ ਜਿਹੜੀ ਹੈਗੀ ਹੈ ਕਹਿ ਰਹੀ ਹੈ ਕਿ ਅਸੀਂ ਇਸ ਵਾਰੀ ਵੱਡੇ ਵਾਅਦੇ ਤੁਹਾਡੇ ਨਾਲ ਨਹੀਂ ਕਰਾਂਗੇ। ਹਾਂ, ਕਿਉਂਕਿ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਲੋਕਾਂ ਦਾ ਇਹਨਾਂ ਪਾਰਟੀਆਂ ਤੋਂ ਦਿਲ ਟੁੱਟ ਚੁੱਕਿਆ ਹੈ, ਔਰ ਵਾਅਦਿਆਂ ਤੋਂ ਵੀ ਜਿਹੜਾ ਹੈਗਾ ਲੋਕ ਅੱਕ ਚੁੱਕੇ ਨੇ, ਔਰ ਸੁਣ ਕੇ ਕਿ ਇਹ ਵਾਅਦਾ ਕਰਾਂਗੇ। ਔਰ ਆਪਾਂ ਨੂੰ ਵੀ ਪਤਾ ਹੈ ਕਿ ਚੰਨੀ ਸਾਹਿਬ ਨੇ ਜਿਸ ਕਿਸਮ ਦੇ ਐਲਾਨ ਕੀਤੇ ਸੀਗੇ, ਹਰ ਰੋਜ਼ ਉਹ ਨਵੇਂ ਐਲਾਨ ਕਰਦੇ ਸੀਗੇ, ਪਰ ਐਲਾਨਾਂ ਨੂੰ ਜਦੋਂ ਪ੍ਰੈਕਟੀਕਲੀ ਰੂਪ ਦੇਣਾ ਹੈ ਉਹ ਅਜੇ ਬਹੁਤ ਦੂਰ ਦੀ ਗੱਲ ਲੱਗਦੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਪੰਜਾਬ ਦੇ ਲੋਕ ਇਸ ਵੇਲੇ ਇਹਨਾਂ ਪੋਲੀਟੀਕਲ ਪਾਰਟੀਆਂ ਦੇ ਵਾਅਦਿਆਂ ਤੋਂ, ਲਾਰਿਆਂ ਤੋਂ ਜਾਂ ਪਟਾਰੀਆਂ ਤੋਂ ਅੱਕੇ ਹੋਏ ਨੇ, ਉਦਾਸ ਨੇ, ਠੱਗੇ ਹੋਏ ਮਹਿਸੂਸ ਕਰ ਰਹੇ ਨੇ। ਹੁਣ ਡਿਪੈਂਡ ਕਰੇਗਾ ਕਿ ਹੁਣ ਕਿਹੜੀ ਪਾਰਟੀ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹ ਕਿਸ ਤਰ੍ਹਾਂ ਦੇ ਵਾਅਦੇ ਲੈ ਕੇ ਆਉਂਦੀਆਂ ਨੇ, ਜਾਂ ਕਿਸ ਤਰ੍ਹਾਂ ਦਾ ਮੈਨੀਫੈਸਟੋ ਦਿੰਦੀਆਂ ਨੇ, ਜਾਂ ਕਿਸ ਕਿਸਮ ਦੀਆਂ ਗਰੰਟੀਆਂ ਦਿੰਦੀਆਂ ਨੇ, ਔਰ ਇਹਨਾਂ ਗਰੰਟੀਆਂ ਦੇ ਜਾਂ ਇਹਨਾਂ ਵਾਅਦਿਆਂ ਦੇ ਉੱਤੇ ਜਾਂ ਇਹਨਾਂ ਮੈਨੀਫੈਸਟੋ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਵੱਧਦਾ ਹੈ ਜਾਂ ਨਹੀਂ ਵੱਧਦਾ, ਇਹ ਹੁਣ ਸਮਾਂ ਦੱਸੇਗਾ। ਪਰ ਫਿਲਹਾਲ ਲੋਕ ਜਿਹੜੇ ਨੇ ਪੰਜਾਬ ਦੇ ਉਹ ਇਹਨਾਂ ਪੋਲੀਟੀਕਲ ਪਾਰਟੀਆਂ ਤੋਂ ਉਦਾਸ ਹੀ ਨਜ਼ਰ ਆ ਰਹੇ ਨੇ। ਭੰਗੂ ਸਾਹਿਬ, ਇਹ ਬਿਲਕੁਲ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਦੇ ਲਈ। ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਪੰਜਾਬ ਦੇ ਵਿੱਚ ਇਲੈਕਸ਼ਨ ਜੋ ਡੇਟ ਹੈ ਉਹ ਅਨਾਉਂਸ ਹੋ ਚੁੱਕੀ ਹੈ। ਸਾਰੇ ਮਸਲੇ 'ਤੇ ਗੱਲਬਾਤ ਕੀਤੀ, ਨਾਲ ਬੀਜੇਪੀ ਸਰਕਾਰ ਦੀ ਗੱਲਬਾਤ ਲੈਣੀ ਜ਼ਰੂਰੀ ਸੀ ਕਿਉਂਕਿ ਘਟਨਾਵਾਂ ਪਿਛਲੇ ਦਿਨਾਂ ਵਿੱਚ ਕੀ ਅਹਿਮ ਘਟੀਆਂ ਜਿਨ੍ਹਾਂ 'ਤੇ ਗੱਲਬਾਤ ਕਰਨੀ ਜ਼ਰੂਰੀ ਬਣਦੀ ਵੀ ਸੀ। ਲਗਾਤਾਰ ਪੋਲੀਟੀਕਲ ਮਾਮਲੇ ਦੇ ਵਿੱਚ ਇਹਨਾਂ ਘਟਨਾਵਾਂ ਦੇ ਵਿੱਚ ਜੋ ਸਾਡੇ ਕੋਲ ਅਪਡੇਟ ਹੋਊਗੀ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ 'ਤੇ। ਧੰਨਵਾਦ।